24 ਰਿਆਲ ਦੇ ਵਿੱਚ ਅੱਜ ਦੀ ਸਬਜ਼ੀ ਪੱਕਣੀ ਹੈ, ਸਿਰਫ ਸਾਡੀ ਪਾਲਕ ਬਾਕੀ ਆਫਰ ਵੜ ਗਿਆ ਜੇ, ਪ੍ਰੋਗਰਾਮ ਵੜ ਗਿਆ ਜੇ, ਕਿਉਂਕਿ ਤੁਹਾਡੇ ਭਰਾਵਾਂ ਲਈ ਇੱਕ ਮਸ਼ਵਰਾ ਹੈ ਕਿ ਅਗਰ ਸਊਦੀ ਅਰਬ ਆਉਂਦੇ ਹੋ ਤੇ ਤੁਹਾਡੀ ਮਿਹਰਬਾਨੀ ਹੈ ਹੰਡੀ ਰੋਟੀ ਦੀ ਜਾ ਸੇ ਪਿਆਜ਼ ਪੂਜ ਭੁਜਦਾ ਪਿਆ, ਦੇਖੋ ਮਾਸ਼ਾਅੱਲਾ ਜੀ, ਅੱਗ ਲਾ ਕੇ ਰੱਖ ਦਿੱਤੀ ਉੱਤੇ ਅਸਲਾਮ ਵਾਲੇਕਮ ਜੀ। ਅੱਜ ਆਪਣੇ ਰੂਮ ਦੇ ਵਿੱਚ ਖਲੋਤਾ ਤੇ ਪਰੇਸ਼ਾਨ ਆ, ਟਾਈਮ ਹੋ ਗਿਆ 12 ਦਾ ਤੇ ਰੂਮ ਦੇ ਵਿੱਚ ਅਸੀਂ 6-7 ਬੰਦੇ ਆ ਤੇ ਅੱਜ 50 ਰਿਆਲ ਨੇ। 50 ਰਿਆਲਾਂ ਦੇ ਵਿੱਚ ਅੱਜ ਸਬਜ਼ੀ ਬਣਾਣੀ ਹੈ, ਜਿਹਦੇ ਵਿੱਚ ਮਸਾਲਾ ਵੀ ਅੱਜ ਕੋਈ ਨਹੀਂ, ਸਬਜ਼ੀ ਕੋਈ ਨਹੀਂ, ਸਾਰਾ ਕੁਝ ਅੱਜ 50 ਰਿਆਲਾਂ ਦੇ ਵਿੱਚ ਪੂਰੀ ਹੰਡੀ ਬਣਾਣੀ ਹੈ। ਤਾਂ ਅੱਜ ਤੁਸੀਂ ਵੇਖਣਾ ਕਿ ਵੇ ਕਿਵੇਂ ਆਪਣਾ ਤਰਤੀਬ ਲਾ ਕੇ ਕਿਵੇਂ ਪਲਾਨ ਕਰਕੇ ਅੱਜ ਦੀ ਹੰਡੀ ਅਸੀਂ ਤਿਆਰ ਕਰਨੀ ਹੈ 50 ਰਿਆਲਾਂ ਦੇ ਵਿੱਚ। ਤੇ ਹੁਣ ਅਸੀਂ ਚੱਲੇ ਆ ਬਾਬਾ ਜੀ ਬਾਹਰ ਵਕਾਲੇ ਤੇ ਉੱਥੋਂ ਜਿਹੜੀ ਸਭ ਤੋਂ ਸਸਤੀ ਸਬਜ਼ੀ ਹੋਏਗੀ ਅੱਜ ਉਹ ਲੈ ਕੇ ਆਣੀ ਹੈ। ਤੇ ਮਸਾਲਾ ਵੀ ਥੋੜਾ ਥੋੜਾ ਕਰਕੇ ਲੈ ਕੇ ਆਣਾ, ਸਿਰਫ ਇੱਕ ਹੰਡੀ ਦਾ ਮਸਾਲਾ ਲੈ ਕੇ ਆਣਾ। ਤੇ ਚੱਲਨੇ ਅਸੀਂ ਬਾਹਰ ਜੀ। ਇਮਰਾਨ ਭਾਈ ਵੀ ਨਾਲ ਜਾਣਗੇ, ਮੈਂ ਤੇ ਇਮਰਾਨ ਅਸੀਂ ਜਾ ਰਹੇ ਹਾਂ ਬਾਬਾ ਜੀ ਵਕਾਲੇ ਤੇ। ਸਭ ਤੋਂ ਸਸਤੀ ਸਬਜ਼ੀ ਜਿਹੜੀ ਹੋਏਗੀ ਉਹ ਲੈ ਕੇ ਆਣੀ ਹੈ, ਕਿਉਂਕਿ ਅੱਜ 50 ਰਿਆਲਾਂ ਦੇ ਵਿੱਚ ਹੰਡੀ ਆ ਨਾ ਜਿਹੜੀ ਉਹ ਪੂਰੀ ਕਰਨੀ ਹੈ। ਤੇ ਸਰਕਾਰ ਅਸੀਂ ਜਾ ਰਹੇ ਹਾਂ ਵਕਾਲੇ ਤੇ ਕੁਝ ਸਸਤੀ ਜੀ ਸਬਜ਼ੀ ਦੇਖ ਕੇ ਲੈ ਕੇ ਆਨੇ। ਤੇ ਬਿਸਮਿਲ੍ਲਾ ਪੜ ਕੇ ਚੱਲਨੇ ਆ ਸਬਜ਼ੀ ਵਾਲੀ ਦੁਕਾਨ ਤੇ ਅੱਜ ਦੇਖਨੇ ਕਿਹੜੀ ਸਬਜ਼ੀ ਬਣਾਣੀ ਹੈ, ਕਿਹੜੀ ਸਬਜ਼ੀ ਰੂਮ ਦੇ ਵਿੱਚ ਲੈ ਕੇ ਜਾਣਾ। ਮਾਸ਼ਾਅੱਲਾ ਜੀ ਸਾਰੀ ਸਬਜ਼ੀਆਂ ਇੱਥੇ ਪਈਆਂ, ਲੇਕਿਨ ਆਪਣਾ ਇਮਰਾਨ ਭਾਈ ਨੇ ਪਸੰਦ ਕੀਤੇ ਨੇ ਅੱਜ ਗੋਂਗਲੂ। ਅੱਜ ਪੱਕਣਗੇ ਜੀ ਗੋਂਗਲੂ। ਤੇ ਅੱਜ ਸਬਜ਼ੀ ਲਈ ਹੈ ਅਸੀਂ ਗੋਂਗਲੂ ਲਏ ਨੇ 2.5 ਕਿਲੋ, ਨਾਲ ਹੈ 3 ਟਮਾਟਰ ਲਏ ਨੇ, 3-4 ਪਿਆਜ਼ ਲਏ ਨੇ ਤੇ 1 ਰਿਆਲ ਦੀਆਂ ਹਰੀਆਂ ਮਿਰਚਾਂ ਲਈਆਂ ਨੇ। ਤੇ ਪੈਸੇ ਭਾਈ ਜਬ ਕਿੰਨੇ ਪੈਸੇ ਬਣੇ ਨੇ? 24। 24 ਰਿਆਲ ਦੇ ਵਿੱਚ ਅੱਜ ਦੀ ਸਬਜ਼ੀ ਪੱਕਣੀ ਹੈ, ਸਿਰਫ ਸਾਡੀ ਪਾਲਕ ਬਾਕੀ ਰਹਿ ਗਈ ਹੈ। ਤੇ ਪਾਲਕ ਭਾਈ ਹੁਣੀ ਕਹਿ ਰਹੇ ਨੇ ਕਿ ਗੱਡੀ ਆ ਰਹੀ ਹੈ ਤੇ ਪਾਲਕ ਅਸੀਂ ਬਾਅਦ ਦੇ ਵਿੱਚ ਲੈਣ ਵਾਸਤੇ ਆਵਾਂਗੇ। ਪਾਲਕ ਇੱਥੇ ਪਈ ਹੈ ਲੇਕਿਨ ਖਰਾਬ ਹੈਗੀ ਹੈ, 4 ਕੁਛੀਆਂ ਨੇ, ਇੱਕ ਤਾਂ ਸਾਨੂੰ ਜ਼ਿਆਦਾ ਚਾਹੀਦੀ ਹੈ ਤੇ ਦੂਸਰਾ ਸਾਨੂੰ ਅੱਛੀ ਪਾਲਕ ਚਾਹੀਦੀ ਹੈ। ਤੇ ਸਰਕਾਰ ਪਾਲਕ ਲੈਣ ਵਾਸਤੇ ਫਿਰ ਸਾਨੂੰ ਦੁਬਾਰਾ ਇੱਥੇ ਆਣੇ ਪੈਣਾ। ਹਾਂਜੀ ਇਮਰਾਨ ਭਾਈ ਚੱਲੀਏ। ਜੀ ਸਬਜ਼ੀ ਲੈ ਕੇ ਤੇ ਅਸੀਂ ਆ ਗਿਆ ਰੂਮ ਦੇ ਵਿੱਚ ਜੀ। ਮਾਸ਼ਾਅੱਲਾ ਜੀ ਹੁਣ ਅਸੀਂ ਲਾਣਾ ਸਫਰਾ ਤੇ ਸਫਰੇ ਤੇ ਬਹਿ ਕੇ ਸਬਜ਼ੀ ਬਣਾਣੀ ਹੈ, ਮਸਾਲਾ ਬਣਾਉਣਾ ਹੈ ਤੇ ਬਾਅਦ ਦੇ ਵਿੱਚ ਅੱਧੇ ਘੰਟੇ ਬਾਅਦ ਜਾਣਾ ਹੈ ਪਾਲਕ ਲੈਣ ਵਾਸਤੇ, ਕਿਉਂਕਿ ਪਾਲਕ ਅਸੀਂ ਲੈ ਕੇ ਕੋਈ ਨਹੀਂ ਆਏ ਤੇ ਪਾਲਕ ਤੋਂ ਬਗੈਰ ਗੋਂਗਲੂ ਤੁਹਾਨੂੰ ਵੀ ਪਤਾ ਕਿ ਨਹੀਂ ਬਣਦੇ। ਆਪਣਾ ਇਮਰਾਨ ਭਾਈ ਲੱਗੇ ਨੇ ਸਫਰਾ ਲਾਉਣ। ਇਹ ਦੇਖੋ ਇਹ ਪਾਕਿਸਤਾਨ ਤੇ ਸਊਦੀ ਅਰਬ 'ਚ ਇਹ ਫਰਕ ਹੈ, ਪਾਕਿਸਤਾਨ 'ਚ ਕਿਵੇਂ ਸਬਜ਼ੀ ਬਣਦੀ ਹੈ ਤੇ ਸਊਦੀ ਅਰਬ 'ਚ ਛਾਪਰ ਜਿਹਾ ਪਾ ਕੇ ਨਾ ਥੱਲੇ ਸਬਜ਼ੀ ਰੱਖ ਕੇ ਤੇ ਅਸੀਂ ਦੋਨੇ ਵੀਰ ਬਹਿ ਕੇ ਬਣਾਉਣ ਲੱਗੇ ਇੱਥੇ ਸਬਜ਼ੀ। ਤੇ ਉਹਨੂੰ ਲੈ ਕੇ ਆਨੇ ਆ ਕੜਛੂਆ ਜਿਹਾ ਗੋਂਗਲੂ ਛਿੱਲਣ ਲਈ। ਤੇਰੀ ਲੋ ਭਾਈ ਜਾਨ, ਇਮਰਾਨ ਸਾਹਿਬ ਉਹਨੇ ਕੱਟਣਗੇ ਇੱਥੇ ਗੋਂਗਲੂ ਛਿੱਲਣਗੇ ਤੇ ਮੈਂ ਬਣਾਵਾਂਗਾ ਇੱਥੇ ਮਸਾਲਾ। ਥੋਮ ਛਿੱਲਾਂਗਾ, ਅਦਰਕ ਛਿੱਲਾਂਗਾ, ਹਰੀਆਂ ਮਿਰਚਾਂ ਕਰਕੇ ਪਿਆਜ਼ ਕੱਟਣਾ ਹੈ ਤੇ ਉਸ ਤੋਂ ਬਾਅਦ ਟਮਾਟਰਾਂ ਦਾ ਕਰਕੇ ਕੱਟ ਵੱਢ ਕੇ ਮੈਂ ਮਸਾਲਾ ਤਿਆਰ ਕਰਾਂਗਾ ਤੇ ਆਪਣੇ ਇਮਰਾਨ ਭਾਈ ਕਰਨਗੇ ਗੋਂਗਲੂ ਤਿਆਰ ਕੱਟ ਵੱਢ ਕੇ। ਸਬਜ਼ੀ ਬਣਾਉਣ ਬੈਠੇ ਸੀ ਤੇ ਸਬਜ਼ੀ ਬਣਾ ਆਪਣਾ ਮਸਾਲਾ ਬਣਾ ਲਿਆ ਮੈਂ। ਥੋਮ ਛਿੱਲ ਦਿੱਤਾ, ਅਦਰਕ, ਹਰੀਆਂ ਮਿਰਚਾਂ ਤੇ ਪਿਆਜ਼ ਅਸੀਂ ਕੱਟਣਾ ਜਾ ਕੇ ਕਿਚਨ ਦੇ ਵਿੱਚ, ਕਿਉਂਕਿ ਇੱਥੇ ਕੱਟਾਂਗੇ ਤੇ ਅੱਖਾਂ ਦੇ ਵਿੱਚ ਬੜਾ ਪੈਣਾ, ਕਿਉਂਕਿ ਏਸੀ ਵੀ ਚੱਲੇਗਾ ਤੇ ਏਸੀ ਨਾਲ ਬਹੁਤ ਅੱਖਾਂ 'ਚ ਪੈਂਦਾ। ਤੇ ਇਹਨੂੰ ਅਸੀਂ ਕੱਟਣਾ ਜਾ ਕੇ ਕਿਚਨ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੇ ਫੇਰ ਤੇ ਟਮਾਟਰ ਰਹਿ ਗਏ ਨੇ ਤੇ ਆਪਣਾ ਉਧਰ ਇਮਰਾਨ ਭਾਈ ਨੇ ਗੋਂਗਲੂ ਵਾਲਾ ਕੰਮ ਕਰ ਛੜਿਆ, ਗੋਂਗਲੂ ਕੱਟ ਵੱਢ ਕੇ ਰੱਖ ਛੜੇ ਨੇ। ਤੇ ਹੁਣ ਸਾਨੂੰ ਪਕਾਉਣ ਦੀ ਨਹੀਂ ਸਮਝ ਚੱਲਦੀ ਪਈ। ਪਕਾਵਾਂਗੇ ਜ਼ਰੂਰ, ਭਾਵੇਂ YouTube ਤੋਂ ਦੇਖ ਕੇ ਪਕਾਵਾਂਗੇ, ਅੱਜ ਪਕਾਣੀ ਅਸੀਂ ਹੈ ਕਿਉਂਕਿ ਅੱਜ ਸਾਡੇ ਰੂਮ ਦੇ ਵਿੱਚ ਕੁੱਕ ਕੋਈ ਨਹੀਂ, ਸਾਰੇ ਬੰਦੇ ਕੰਮਾਂ ਤੇ ਗਏ ਦੇ ਨੇ ਤੇ ਅੱਜ ਸਾਨੂੰ ਹੰਡੀ ਬਣਾਉਣੀ ਪੈਣੀ ਹੈ। ਤਾਂ ਅੱਜ ਦੇਖੋ ਕਿਸ ਤਰ੍ਹਾਂ ਬਣਦੀ ਹੈ ਹੰਡੀ।
ਲੋ ਜੀ, ਸਾਡਾ ਪਿਆਜ਼ ਕਟੋ ਗਿਆ ਜੇ, ਮਸਾਲਾ ਰੈਡੀ ਜੇ। ਹੁਣ ਸਭ ਤੋਂ ਵੱਡੀ ਟੈਨਸ਼ਨ ਹੈ ਜਿਹੜੀ ਸਾਡੀ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਸਾਡੀ, ਉਹ ਜੇ ਇਹ ਪਤੀਲਾ ਧੋਣ ਵਾਲੀ। ਇਹ ਦੇਖੋ ਜੀ, ਇਹ ਪਤੀਲਾ ਪਾਣੀ ਪਾ ਕੇ ਰੱਖ ਛੜਿਆ, ਕੱਲ ਦੀ ਸਬਜ਼ੀ ਕੀ ਅਜੇ ਤੱਕ ਸਾਡਾ ਪਤੀਲਾ ਨਹੀਂ ਧੋਇਆ। ਇਹ ਸਰਕਾਰ ਜੇ ਸਾਡੀ ਵਾਰੀ ਹੈ ਹੰਡੀ ਬਣਾਉਣ ਦੀ, ਤੇ ਪਤੀਲਾ ਵੀ ਸਾਨੂੰ ਧੋਣੇ ਪੈਣਾ। ਪਿਆਜ਼ ਨੂੰ ਪਰੇ ਕਰਨੇ ਆ ਤੇ ਪਤੀਲੇ ਮਾਰਨੇ ਪਾਣੀ। ਹੁਣ ਤੇ ਸਰਕਾਰ ਹੁਣ ਪਾਣੇ ਵਿੱਚ ਅਸੀਂ ਤੇਲ ਆਇਲ ਪਾਣੇ ਆ, ਬਿਸਮਿਲ੍ਲਾ ਦੀ ਬਰਕਤ ਨਾਲ। ਤੇ ਆਇਲ ਅੱਜ ਘੱਟ ਹੈ, ਲੱਗਦਾ ਪਿਆ ਕਿ ਆਇਲ ਘੱਟ ਹੈ ਜੀ, ਕਿਉਂਕਿ ਥੋੜਾ ਹੈਗਾ ਸੀ ਤੇ ਪਾ ਦਿੱਤਾ। ਤੇ ਟੈਨਸ਼ਨ ਨਹੀਂ ਲੈਣੀ, ਆਇਲ ਸਾਡੇ ਕੋਲ ਬਹੁਤ ਜ਼ਿਆਦਾ। ਬਸ ਸਾਨੂੰ ਨਾ ਥੋੜਾ ਜਿਹਾ ਇਧਰੋਂ ਕੱਢ ਕੇ ਵਿੱਚੋਂ, ਇਹ ਦੇਖੋ ਇਹ ਵੱਡੀ ਕੈਨ ਲਿਆ ਕੇ ਰੱਖੀ ਹੈ, ਇਹਦੇ ਵਿੱਚੋਂ ਪਾਣੇ ਥੋੜਾ ਜਿਹਾ ਹੁਣ ਅਸੀਂ। ਲੋ ਬਾਬਾ ਜੀ, ਇਹ ਤੇਲ ਤੇ ਇਹ ਪਾ ਕੇ ਰੱਖ ਦਿੱਤਾ ਜਾ ਕੇ। ਪ੍ਰੋਗਰਾਮ ਵੜ ਗਿਆ ਜੇ, ਪ੍ਰੋਗਰਾਮ ਵੜ ਗਿਆ ਜੇ, ਕਿਉਂਕਿ ਪਿਆਜ਼ ਮੈਂ ਬਹੁਤ ਜ਼ਿਆਦਾ ਕੱਟ ਕੇ ਤੇ ਪਾ ਦਿੱਤਾ ਹੰਡੀ ਦੇ ਵਿੱਚ। ਤੇ ਗੋਂਗਲੂ ਸਾਡੇ ਕੋਲ 2.5 ਕਿਲੋ ਨਾਲ ਤੇ ਅੱਧਾ ਕਿਲੋ ਪਿਆਜ਼ ਕੱਟ ਛੜਿਆ ਮੈਂ। ਤੇ ਮੁੰਡਾ ਆਪਣਾ ਜਿਹੜਾ ਰੂਮਮੇਟ ਹੈਗਾ, ਜਿਹੜਾ ਗੋਂਗਲੂ ਕੱਟਦਾ ਪਿਆ ਇੱਥੇ ਬਹਿ ਕੇ, ਉਹ ਦੁਬਾਰਾ ਗਿਆ, ਕਹਿੰਦਾ ਇੱਕ ਤੇ ਮੈਂ ਪਾਲਕ ਲੈ ਕੇ ਆਵਾਂ, ਦੂਸਰਾ ਮੈਂ ਗੋਂਗਲੂ ਕੋ ਕਿਲੋ 1.5 ਕਿਲੋ ਹੋਰ ਲੈ ਕੇ ਆਵਾਂ। ਪਿਆਜ਼ ਜ਼ਿਆਦਾ ਕੱਟ ਛੜਿਆ, ਮਸਾਲਾ ਵੀ ਜ਼ਿਆਦਾ ਬਣ ਗਿਆ। ਤੇ ਹੁਣ ਉਹ ਗਿਆ ਗੋਂਗਲੂ ਲੈਣ ਵਾਸਤੇ। ਇੱਕ ਤੇ ਗੋਂਗਲੂ ਲੈ ਕੇ ਆਏਗਾ ਔਰ ਤੇ ਦੂਸਰਾ ਪਾਲਕ ਦਾ ਪਤਾ ਕਰਕੇ ਆਏਗਾ। ਤੂੰ ਨਹੀਂ ਤੇ ਅਸੀਂ ਇੱਥੇ ਬਹਿ ਕੇ ਉਹਦਾ ਵੇਟ ਕਰਨੇ ਆ, ਆਂਦਾ ਤੇ ਫਿਰ ਗੋਂਗਲੂ ਕੱਟਨੇ ਆ, ਪਾਲਕ ਕੱਟਨੇ ਆ, ਤੇ ਫਿਰ ਆਪਣਾ ਕੰਮ ਸਟਾਰਟ ਕਰਨੇ ਆ। ਆਪਣੀ ਅੱਜ ਗੋਂਗਲੂਆਂ ਦੀ ਰੈਸਪੀ ਬਣਾਉਣੇ ਆ, ਬੜੀ ਤਗੜੀ ਜਿਹੀ ਰੱਖ ਕੇ, ਮਜ਼ੇਦਾਰ ਰੱਖ ਕੇ। ਅੱਛਾ ਯਾਰ, ਤੁਹਾਡੇ ਭਰਾਵਾਂ ਲਈ ਇੱਕ ਮਸ਼ਵਰਾ ਹੈ ਕਿ ਅਗਰ ਸੌਦੀ ਅਰਬ ਆਉਂਦੇ ਹੋ ਤੇ ਤੁਹਾਡੀ ਮਿਹਰਬਾਨੀ ਆ, ਹੰਡੀ ਰੋਟੀ ਦੀ ਜਾਚ ਸਿੱਖ ਕੇ ਆਇਓ। ਨਹੀਂ ਤਾਂ ਇਹ ਦੇਖ ਲਓ ਕਿਸ ਤਰ੍ਹਾਂ ਖਲਾਰਾ ਪਿਆ, ਅੰਦਰ ਵੀ ਖਲਾਰਾ, ਕਿਚਨ 'ਚ ਵੀ, ਇੱਥੇ ਵੀ ਖਲਾਰਾ ਪਿਆ। ਤੇ ਮਿਹਰਬਾਨੀ ਕਰਕੇ ਹੰਡੀ ਰੋਟੀ ਬਣਾਉਣ ਦੀ ਜਾਚ ਸਿੱਖ ਕੇ ਆਇਓ। ਬਾਕੀ ਭਾਵੇਂ ਕੁਛ ਨਾ ਸਿੱਖ ਕੇ ਆਇਓ, ਬਾਕੀ ਤੁਹਾਨੂੰ ਇੱਥੇ ਆ ਕੇ ਸਭ ਕੁਝ ਸਿਖਾ ਲਵਾਂਗੇ ਜੀ। ਇਮਰਾਨ ਭਾਈ ਗੋਂਗਲੂ ਵੀ ਲੈ ਕੇ ਆ ਗਏ ਨੇ ਤੇ ਪਾਲਕ ਵੀ ਲੈ ਕੇ ਆ ਗਏ ਨੇ, ਕਿਉਂਕਿ ਗੋਂਗਲੂ ਇਹ ਪਹਿਲੇ ਕੱਟੇ ਪਏ ਨੇ, ਹੋਰ ਲੈ ਕੇ ਆ ਗਏ ਨੇ ਤੇ ਪਾਲਕ ਵੀ ਲੈ ਕੇ ਆ ਗਏ ਨੇ। ਤੇ ਹੁਣ ਜਲਦੀ ਨਾਲ ਪਾਲਕ ਕੱਟੀਏ, ਗੋਂਗਲੂ ਕੱਟੀਏ ਤੇ ਸਬਜ਼ੀ ਬਣਾਈਏ, ਕਿਉਂਕਿ ਜਿਹੜੇ ਮੁੰਡਿਆਂ ਨੇ ਕੰਮ ਤੇ ਜਾਣਾ ਹੈ ਜਾਂ ਜਿਹੜੇ ਕੰਮ ਤੇ ਗਏ ਦੇ ਨੇ ਉਹਨਾਂ ਨੇ ਆਉਣਾ, ਤੇ ਉਹਨਾਂ ਦਾ ਟਾਈਮ ਬਿਲਕੁਲ ਹੋ ਗਿਆ। 1.5-2 ਘੰਟਾ ਰਹਿ ਗਿਆ, 1.5-2 ਘੰਟੇ ਦੇ ਵਿੱਚ ਸਾਡੀ ਸਬਜ਼ੀ ਬਣ ਜਾਣੀ ਚਾਹੀਦੀ ਹੈ। ਤੇ ਸਰਕਾਰ ਅਸੀਂ ਜਲਦੀ ਨਾਲ ਆਪਣਾ ਕੰਮ ਹੁਣ ਤਮਾਮ ਕਰੀਏ। ਕਹਿੰਦੇ ਕਿ ਪਾਲਕ ਦੇ ਵਿੱਚੋਂ ਰੇਤ ਨਹੀਂ ਨਿਕਲਦੀ, ਕਚਰਾ ਬੜਾ ਕਚਰਾ ਨਹੀਂ ਨਿਕਲਦਾ। ਤੇ ਇਹ ਦੇਖੋ ਸਰਕਾਰ ਇੱਕ ਇਹ ਥੱਲੇ ਰੱਖਿਆ ਸੀ, ਇਹ ਚਿੱਕੂ ਜਿਹਾ ਥੱਲੇ ਰੱਖਿਆ, ਉੱਤੇ ਜਾਲੀਆ ਰੱਖਿਆ, ਇਹਦੇ ਵਿੱਚ ਪਾਣੀ ਖੁੱਲਾ ਛੱਡ ਛੜਿਆ, ਸਾਰਾ ਪਾਣੀ ਥੱਲੇ ਜਾ ਰਿਹਾ। ਬਸ ਹੁਣ ਰੇਤ ਨਿਕਲਦੀ ਹੈ, ਪਾਲਕ ਸਹੀ ਤਰ੍ਹਾਂ ਧੁਖਦੀ ਹੈ। ਬੜੀ ਟੈਨਸ਼ਨ ਹੀ ਸਿਰ ਤੇ ਚੁੱਕੇ ਦੀ ਕਿ ਅੱਜ ਹੰਡੀ ਬਣਾਉਣੀ ਪੈਣੀ ਹੈ ਤੇ ਕਿਵੇਂ ਬਣਾਉਣੀ ਹੈ। ਤੇ ਇੱਕ ਤੇ ਮੈਨੂੰ ਹੁਣ ਪਤਾ ਚੱਲਿਆ ਕਿ ਸਾਡੇ ਇਮਰਾਨ ਭਾਈ ਵੀ ਤਗੜੇ ਕੁੱਕ ਹੈਗੇ ਨੇ, ਤੇ ਦੂਸਰਾ ਸਾਡਾ ਕੁੱਕ ਆ ਜਿਹੜਾ ਸਾਡਾ ਜੈਨੂਇਨ ਕੁੱਕ ਹੈ, ਜਿਹਨੂੰ ਜੈਨੂਇਨ ਕੁੱਕ ਕਹਿੰਦੇ, ਜਿਹੜਾ ਹਰ ਦਿਨ ਸਾਡੇ ਨਾਲ ਹੁੰਦਾ ਹੈ। ਤੇ ਉਹ ਕੁੱਕ ਵੀ ਭਾਈ ਸਾਡਾ ਆ ਗਿਆ ਤੇ ਪਿਆਜ਼ ਪੂਜ਼ ਭੁਜਦਾ ਪਿਆ। ਦੇਖੋ ਮਾਸ਼ਾਅੱਲਾ ਜੀ, ਅੱਗ ਲਾ ਕੇ ਰੱਖ ਦਿੱਤੀ ਉੱਤੇ, ਤੇ ਗੋਂਗਲੂ ਵੀ ਕੱਟ ਕੇ ਰੱਖ ਦਿੱਤੇ ਨੇ ਲਾਗੇ, ਤੇ ਪਾਲਕ ਤੋਂ ਹੋ ਗਈ ਹੈ। ਤੇ ਮਸਾਲਾ ਮਸੂਲਾ ਬਣਾ ਕੇ ਦੇਣਾ ਤੇ ਆਪਣੀ ਜ਼ਿੰਮੇਵਾਰੀ ਖਤਮ ਹੋ ਜਾਣੀ ਹੈ। ਬਾਕੀ ਆ 2 ਕੁੱਕ ਹੈਗੇ ਨੇ, ਜਿਹੜਾ ਇਹਨਾਂ ਚ ਪਕਾਏਗਾ ਹੰਡੀ, ਜਿਹੜਾ ਰੈਸਪੀ ਬਣਾਏਗਾ, ਤੇ ਬਾਬਾ ਜੀ ਸਕੂਨ ਨਾਲ ਖਾਵਾਂਗੇ। ਅਸੀਂ ਈਜ਼ੀ ਹੋ ਗਏ ਹੁਣ, ਬਿਲਕੁਲ ਅਸੀਂ ਈਜ਼ੀ ਹੋ ਗਏ, ਕਿਉਂਕਿ ਹੁਣ ਆ ਗਏ ਨੇ ਕੁੱਕ ਸਾਡੇ। ਹੁਣ ਸਰਕਾਰ ਇਹ ਚੁੱਕਣੇ ਪੈਣਾ, ਜਿਹੜਾ ਖਲਾਰਾ ਪਾਇਆ, ਇਹ ਖਲਾਰਾ ਮੈਂ ਚੁੱਕਣਾ ਤੇ ਮੇਰਾ ਕੰਮ ਇੱਥੇ ਮੁੱਕ ਜਾਣਾ। ਤੇ ਬਾਕੀ ਅੱਗੇ ਹੁਣ ਰੈਸਪੀ ਲੱਗੀ ਆ ਤਿਆਰ ਹੋਣ, ਤੇ ਇਨਸ਼ਾਅੱਲਾ 1-ਅੱਧੇ-ਪੌਣੇ ਘੰਟੇ ਤੱਕ ਤਿਆਰ ਹੁੰਦੀ ਹੈ। ਤੇ ਮੁੰਡੇ ਜਿਨ੍ਹਾਂ ਡਿਊਟੀ ਤੇ ਜਾਣਾ ਉਹ ਵੀ ਉੱਠਦੇ ਨੇ, ਤੇ ਆਪਾਂ ਵੀ ਖਾਣੇ ਆ, ਨਹਾ ਧੋ ਕੇ ਫਰੈਸ਼ ਹੋ ਕੇ ਲੰਗਰ ਸ਼ੰਗਰ ਕਰਨੇ ਆ, ਤੇ ਫਿਰ ਚੱਲਦੇ ਆ ਬਾਹਰ ਮਾਰਕੀਟ, ਲੱਭਣੇ ਜਾ ਕੇ ਕੰਮ। ਇੱਕ ਹੀ ਕੰਮ ਆ ਸਾਨੂੰ, ਕੰਮ ਲੱਭਣ ਵਾਲਾ, ਤੇ ਉਹ ਲੱਭਣੇ ਜਾ ਕੇ।
ਸ਼ਾਨੀ ਗੋਂਗਲੂ ਲੱਗਾ ਪਕਾਉਣ ਇੱਥੇ ਹੰਡੀ ਦਾ ਲੱਗ ਗਿਆ ਤੇ ਇਹ 10 ਰਿਆਲ ਮੈਨੂੰ ਦਿੱਤੇ ਨੇ, ਕਹਿੰਦਾ ਨਮਕ ਮੁੱਕ ਗਿਆ ਤੇ ਨਮਕ ਲੈ ਕੇ ਆ। ਤੇ ਸਰਕਾਰ ਨੂੰ ਨਮਕ ਵੀ ਲਿਆਣੇ ਪੈਣਾ, ਨਮਕ ਦਾ ਡੱਬਾ ਖਾਲੀ ਕਰ ਛੜਿਆ। ਸ਼ਾਨੀ ਭਾਈ ਨਮਕ ਲੈ ਆਪਰ ਇਹ ਕੱਟ ਕੇ ਸਰਕਾਰ ਮੈਂ ਜਾ ਰਿਹਾ ਥੱਲੇ ਨमक ਲੈਣ ਵਾस्ते क्योंकि नमक भी मुक गया है रूम के बिचों। तो ये देखे भाई नमक लेके आ चुका हूँ मैं, नमक और इसमें थोड़ा सा सामान हो रहा है वो आपको रूम में जाके दिखाते हैं क्या लेके आया हूँ। इसमें थोड़ा खाने के लिए लेके आया हूँ सामान। शानी भाई हेलो नमक ठीक है, नमक पे आ जे खा लिया तेन सुट देने। मूंगफली खाएगा खाएगा खावागा खाओ बाकी कहीं जाने खाने बाहर।